ਹੈਲੋ ਵੈਲਕਮ ਟੂ ਮਾਈ ਚੈਨਲ ਮਿਹਨਤੀ ਬੱਚੇ। ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਆਪਣੀ ਟੌਪਿਕ ਵਾਈਜ਼ ਐਨਾਲਿਸਿਸ ਦੀ ਸੀਰੀਜ਼ ਚੱਲ ਰਹੀ ਹੈ। ਅੱਜ ਦੀ ਵੀਡੀਓ ਲਾਸਟ ਵੀਡੀਓ ਹੈ ਉਸ ਸੀਰੀਜ਼ ਦੀ। ਅੱਜ ਆਪਾਂ ਰੀਜ਼ਨਿੰਗ ਦਾ ਦੇਖਾਂਗੇ ਕਿ ਕੀ ਪੜ੍ਹਨਾ ਹੈ। ਠੀਕ ਹੈ, ਟਾਈਪਸ ਦੇਖਾਂਗੇ ਕੁਐਸਚਨ ਦੇ ਕੈਸੀ ਕੈਸੀ ਆਈਆਂ ਹੋਈਆਂ, ਉਸ ਦੇ ਬੇਸਿਸ ਤੇ ਤੁਸੀਂ ਆਪਣੀ ਤਿਆਰੀ ਕਰ ਲਿਓ। ਠੀਕ ਹੈ, ਸੋ ਦੇਖਦੇ ਹਾਂ। ਜਿਵੇਂ ਕਿ ਮੈਂ ਤੁਹਾਨੂੰ ਆਪਣੀ ਫਸਟ ਵੀਡੀਓ 'ਚ ਵੀ ਦੱਸਿਆ ਸੀ ਕਿ ਰੀਜ਼ਨਿੰਗ ਦੇ ਕਿਹੜੇ ਚੈਪਟਰਸ ਕਰਨੇ ਆ। ਠੀਕ ਹੈ, ਲੌਜੀਕਲ ਦੇ ਵਿੱਚ ਜਿਹੜਾ ਮੇਨ ਹੈ ਲੌਜਿਕ ਹੈ, ਜਾਂ ਫਿਰ ਇਹਨੂੰ ਸਿਲੋਜਿਜ਼ਮ ਬੋਲ ਲਓ। ਉਹ ਤੋਂ ਬਾਅਦ ਕੋਰਸ ਆਫ ਇਫੈਕਟ ਰੀਜ਼ਨਿੰਗ ਹੋ ਗਿਆ, ਸਟੇਟਮੈਂਟ ਆਰਗੂਮੈਂਟ, ਸਟੇਟਮੈਂਟ ਅਜ਼ੰਪਸ਼ਨ, ਸਟੇਟਮੈਂਟ ਕੋਰਸ ਆਫ ਐਕਸ਼ਨ, ਸਟੇਟਮੈਂਟ ਕਨਕਲੂਜਨ। ਇਹ ਵਾਲੇ ਵੀ ਥੋੜ੍ਹੇ ਜਿਹੇ ਇੰਪੋਰਟੈਂਟ ਹੈ, ਬਟ ਇਹ ਵਾਲੇ ਘੱਟ ਹੀ ਇੰਪੋਰਟੈਂਟ ਹੈ। ਇਹਨਾਂ ਨੂੰ ਮਤਲਬ ਛੋੜ ਸਕਦੇ ਹੋ। ਜਿਹੜੇ ਬਲੈਕ ਦੇ ਵਿੱਚ ਲਿਖੇ ਹੋਏ ਆ, ਜਿਹੜੇ ਬਲੂ 'ਚ ਥੋੜ੍ਹੇ ਜ਼ਿਆਦਾ ਨੇ, ਪਰ ਜਿਹੜਾ ਰੈੱਡ ਹੈ, ਰੈੱਡ ਡੇਂਜਰ ਦਾ ਸਾਈਨ ਹੁੰਦਾ ਨਾ, ਤਾਂ ਇਹਦੇ ਵਿੱਚ ਵੀ ਇਹੀ ਦਿਖਾ ਰਿਹਾ ਕਿ ਅਗਰ ਤੁਸੀਂ ਇਹਨੂੰ ਨਹੀਂ ਕਰੋਗੇ ਤਾਂ ਤੁਸੀਂ ਡੇਂਜਰ ਜ਼ੋਨ 'ਚ ਆ ਜਾਓਗੇ। ਠੀਕ ਹੈ, ਸੋ ਇਹ ਕਰਨਾ ਹੀ ਕਰਨਾ ਹੈ। ਲੌਜਿਕ ਦੇ ਵੀ ਅਗਰ ਤੁਸੀਂ ਕੋਆਪਰੇਟਿਵ ਦਾ ਪੇਪਰ ਦੇਖੋ, ਕਿਉਂਕਿ ਉਹਨੇ ਰੀਸੈਂਟਲੀ ਉਹੀ ਪੇਪਰ ਹੋਇਆ, ਤਾਂ ਉਸ 'ਚ ਹੀ ਜ਼ਿਆਦਾ ਧਿਆਨ ਜਾਂਦਾ। ਠੀਕ ਹੈ, ਉਸ 'ਚ ਅੱਛੇ ਕੁਐਸਚਨਸ ਆਏ ਸੀ ਰੀਜ਼ਨਿੰਗ ਦੇ, ਅਤੇ ਇਹ ਵਾਲੇ ਪੇਪਰ ਦਾ ਪੈਟਰਨ ਵੀ ਉਹਦੇ ਬੇਸਿਸ 'ਤੇ ਹੀ ਹੈ। ਫੋਰੈਸਟ ਕੰਜ਼ਰਵੇਟਰ ਦਾ ਉਹਦੇ ਵਿੱਚ ਵੀ ਆਈ ਥਿੰਕ ਸਿਲੋਜਿਜ਼ਮ ਦੇ 12-13 ਕੁਐਸਚਨਸ ਆਏ ਹੋਏ ਆ। ਠੀਕ ਹੈ, ਤਾਂ ਤੁਸੀਂ ਹਿਸਾਬ ਲਗਾ ਸਕਦੇ ਹੋ ਕਿ ਕਿੰਨਾ ਇੰਪੋਰਟੈਂਟ ਹੈ ਚੈਪਟਰ। ਉਹ ਤੋਂ ਬਾਅਦ ਵਰਬਲ ਰੀਜ਼ਨਿੰਗ ਦੇ ਵਿੱਚ ਜਿਹੜੇ ਮੇਨ ਹੈ ਐਨਾਲੌਗੀ ਹੋ ਗਿਆ, ਸੀਰੀਜ਼ ਕੰਪਲੀਸ਼ਨ ਹੋ ਗਿਆ, ਡਾਇਰੈਕਸ਼ਨ, ਕਲਾਸੀਫਿਕੇਸ਼ਨ, ਡਾਟਾ ਸਫੀਸ਼ੈਂਸੀ, ਅਲਫਾ ਨਿਊਮੈਰਿਕ ਪਜ਼ਲਸ ਹੋ ਗਏ, ਪਜ਼ਲ ਟੈਸਟ, ਬਲੱਡ ਰਿਲੇਸ਼ਨ, ਕੋਡਿੰਗ ਡੀਕੋਡਿੰਗ, ਐਸਰਸ਼ਨ, ਆਪਰੇਸ਼ਨ ਆਫ ਮੈਥਮੈਟਿਕਸ, ਵੈਨ ਡਾਇਗਰਾਮ, ਵਰਡ ਸੀਕੁਐਂਸ, ਮਿਸਿੰਗ ਕੈਰੈਕਟਰਸ, ਡਾਇਰੈਕਸ਼ਨ, ਟੈਸਟ ਔਨ ਅਲਫਾਬੈਟਸ। ਇਹ ਤਾਂ ਕਰਨੇ ਹੀ ਕਰਨੇ ਆ। ਬਾਕੀ ਜਿਹੜੇ ਬਲੈਕ ਦੇ ਨੇ ਉਹ ਤੁਸੀਂ ਛੋੜ ਵੀ ਸਕਦੇ ਹੋ ਅਗਰ ਨਹੀਂ ਹੁੰਦੇ ਤਾਂ, ਪਰ ਇਹ ਇੰਪੋਰਟੈਂਟ ਹੈ। ਅਤੇ ਅਰਥਮੈਟਿਕ ਰੀਜ਼ਨਿੰਗ ਤਾਂ ਯਾਦ ਹੋਊ, ਕੱਲ੍ਹ ਵੀ ਦੱਸਿਆ ਸੀ ਵੀਡੀਓ ਦੇ ਵਿੱਚ ਕਿ ਕੀ ਇੰਪੋਰਟੈਂਸ ਹੈ ਇਹਦੀ। ਠੀਕ ਹੈ, ਇਹਨੂੰ ਨਹੀਂ ਛੱਡਣਾ। ਉਹ ਤੋਂ ਬਾਅਦ ਇਹਦੇ ਵਿੱਚ ਜਿਵੇਂ ਦੇਖੋ ਐਨਾਲੌਗੀ ਹੋ ਗਿਆ, ਜਿਹੜੇ ਵੀ ਰੈੱਡ 'ਚ ਲਿਖੇ ਹੋਏ ਨੇ ਨਾ, ਦੇਖੋ ਇਹ ਤਾਂ ਆਉਣਗੇ ਪੇਪਰ 'ਚ, ਇਹਨੂੰ ਤੁਸੀਂ ਨਹੀਂ ਛੱਡ ਸਕਦੇ। ਅਤੇ RS 'ਚੋਂ ਕਰਨਾ ਹੀ ਕਰਨਾ, ਪੂਰਾ ਚੈਪਟਰ ਕਰਨਾ ਹੈ, ਤਾਂ ਹੀ ਫਾਇਦਾ। ਜਿੰਨੀ ਪ੍ਰੈਕਟਿਸ ਕਰੋਗੇ ਉਨਾ ਫਾਇਦਾ ਤੁਹਾਡਾ ਹੀ ਹੈ। ਕੋਈ ਵੀ ਕੁਐਸਚਨ ਪਾ ਸਕਦੇ ਹੋ। ਅਗਰ ਮੈਂ ਤੁਹਾਨੂੰ ਕਹਿ ਦਾਂ ਇਹ ਕੁਐਸਚਨ ਆਉਣਗੇ ਨਹੀਂ ਆਉਣਗੇ ਤਾਂ ਉਹ ਗਲਤ ਹੈ। ਮੈਂ ਤੁਹਾਨੂੰ ਗਲਤ ਨਹੀਂ ਗਾਈਡ ਕਰਨਾ ਚਾਹੁੰਦੀ, ਇਸ ਲਈ ਮੈਂ ਕਹਿ ਰਹੀ ਹਾਂ ਉਸ 'ਚੋਂ ਕੁਛ ਨਾ ਛੱਡਿਓ। ਅੱਛੇ ਤਰੀਕੇ ਨਾਲ ਸਾਰਾ ਚੈਪਟਰ ਕਰੋ, ਕਿਉਂਕਿ ਕੁਛ ਵੀ ਆ ਸਕਦਾ। ਆਪਾਂ ਨੂੰ ਨਹੀਂ ਪਤਾ ਕਿ ਜਿਹਨੇ ਪੇਪਰ ਬਣਾਉਣਾ ਉਹ ਕਿਸ ਮੈਂਟੈਲਿਟੀ ਦੇ ਨਾਲ ਬਣਾ ਰਿਹਾ। ਠੀਕ ਹੈ, ਤੁਹਾਨੂੰ ਚੈਪਟਰਸ ਦੱਸਦੇ ਕਿਹੜੇ ਕਰਨੇ ਆ। ਸਿਲੇਬਸ ਤਾਂ ਰਿਡਿਊਸ ਹੋ ਹੀ ਗਿਆ ਇੱਕ ਤਰੀਕੇ ਦੇ ਨਾਲ, ਪਰ ਜਿਹੜੇ ਕਰਨੇ ਆ ਉਹ ਅੱਛੀ ਤਰ੍ਹਾਂ ਕਰਨੇ ਆ। ਠੀਕ ਹੈ, ਨੈਕਸਟ ਦੇਖੋ। ਨੈਕਸਟ ਨੋਨ ਵਰਬਲ ਦੇ ਵਿੱਚੋਂ ਵੀ ਮੇਨ ਤਾਂ ਇਹੀ ਹੈ, ਕਿਊਬਸ ਐਂਡ ਡਾਈਸ ਅਤੇ ਐਨਾਲੀਟੀਕਲ ਰੀਜ਼ਨਿੰਗ। ਬੇਸਿਕਲੀ ਇਹਦੇ ਵਿੱਚ ਕੀ ਨੰਬਰ ਆਫ ਸਕੁਐਰਸ ਕਾਊਂਟ ਕਰੋ, ਨੰਬਰ ਆਫ ਟ੍ਰਾਇੰਗਲਸ ਕਾਊਂਟ ਕਰੋ। ਇੱਕ ਕਿਸੇ PCS 'ਚ ਆਇਆ ਸੀ, ਆਈ ਥਿੰਕ 2015 ਦੇ 'ਚ ਆਇਆ ਸੀ। ਠੀਕ ਹੈ, ਤਾਂ ਇਹ ਵਾਲਾ ਚੈਪਟਰ ਵੀ ਜ਼ਰੂਰੀ ਹੈ। ਜਿਹੜੇ ਪੇਪਰ ਕਟਿੰਗ, ਪੇਪਰ ਫੋਲਡਿੰਗ, ਵਾਟਰ ਇਮੇਜ, ਮਿਰਰ ਇਮੇਜ, ਇਹ ਥੋੜ੍ਹੀ ਦੇਰ ਦਾ ਹੀ ਖੇਲ ਹੈ ਇਹਦੀ ਤਾਂ। ਠੀਕ ਹੈ, ਇਹਨੂੰ ਦੇਖ ਲਿਓ ਉੱਪਰੋਂ। ਸੋ ਹੁਣ ਆਪਾਂ ਸਟਾਰਟ ਕਰਦੇ ਹਾਂ ਰੀਜ਼ਨਿੰਗ 'ਚੋਂ ਕੀ ਕਰਨਾ। ਦੇਖੋ ਇਹਨੂੰ ਸਭ ਤੋਂ ਪਹਿਲਾਂ ਸੀਰੀਜ਼ ਦੀ ਗੱਲ ਕਰਦੇ ਹਾਂ। ਦੇਖੋ ਸੀਰੀਜ਼ ਦੇ ਵਿੱਚ ਜਿਵੇਂ ਮਿਸਿੰਗ ਦਾ ਟਰਮ ਆ ਸਕਦੀ ਹੈ, ਮਿਸਿੰਗ ਵਾਲੀ ਸੀਰੀਜ਼ ਆਈ ਹੋਈ ਹੈ, ਜਾਂ ਫਿਰ ਆਹ ਅਲਫਾ ਵਾਲੀ ਸੀਰੀਜ਼ ਲੈ ਲਓ। ਠੀਕ ਹੈ, ਉਹ ਆਈ ਹੋਈ ਹੈ, ਜਾਂ ਫਿਰ ਇਹਦੇ ਵਿੱਚ ਕੁਛ ਨੰਬਰਸ ਪਾ ਦੇਣਗੇ ਤਾਂ ਅਲਫਾ ਨਿਊਮੈਰਿਕ ਦੀ ਹੋ ਗਈ। ਉਹ ਤੋਂ ਬਾਅਦ ਜਿਵੇਂ ਆਪਣੇ ਕੋਲ ਅਲਫਾ ਨਿਊਮੈਰਿਕ 'ਚ ਹੈ ਕਿ A1 ਹੋ ਗਿਆ, B1 ਹੋ ਗਿਆ, A1 B2 C3, ਤਾਂ ਐਵੇਂ D ਦੇ ਐਵੇਂ ਦੇ ਦੇਣਗੇ। ਇੱਥੇ 4, ਇੱਥੇ ਕੀ ਆਊਗਾ D, ਅਤੇ ਅਲਫਾ ਨਿਊਮੈਰਿਕ ਹੋ ਗਈ, ਅਲਫਾ ਵਾਲੀ ਹੈ। ਠੀਕ ਹੈ, ਇਹ ਵਾਲੀ ਤੁਸੀਂ ਦੇਖ ਲਿਓ। ਉਹ ਤੋਂ ਬਾਅਦ ਨੈਕਸਟ ਰੋਂਗ ਟਰਮ ਦੱਸਣੀ ਹੈ ਵੀ ਕਿਹੜੀ ਹੈ ਸੀਰੀਜ਼ ਦੇ ਵਿੱਚ, ਤਾਂ ਸੀਰੀਜ਼ 'ਚੋਂ ਐਸੇ ਕੁਐਸਚਨਸ ਆ ਜਾਂਦੇ ਆ। ਨੈਕਸਟ ਹੁਣ ਆਪਾਂ ਦੇਖਦੇ ਹਾਂ ਜਿਹੜਾ ਨੈਕਸਟ ਟੌਪਿਕ ਹੈ ਉਹ ਹੈਗਾ ਆਪਣਾ ਡਾਟਾ ਐਨਾਲਾਈਸਿਸ। ਡਾਟਾ ਐਨਾਲਿਸਿਸ ਦੇ ਵਿੱਚ ਬੇਸਿਕਲੀ ਕੀ ਦਿੱਤਾ ਹੁੰਦਾ ਕਿ ਆਪਣੇ ਕੋਲ ਕੁਝ ਸਟੇਟਮੈਂਟਸ ਦਿੱਤੀਆਂ ਹੋਈਆਂ। ਠੀਕ ਹੈ, ਆਪਾਂ ਦੱਸਣਾ ਕਿ ਆਪਾਂ ਕਿਹੜੀ ਸਟੇਟਮੈਂਟ ਦੇ ਬੇਸਿਸ 'ਤੇ ਕੁਐਸਚਨ ਦਾ ਆਨਸਰ ਦੇ ਸਕਦੇ ਹਾਂ, ਵੀ ਕਿਹੜਾ ਸਫੀਸ਼ੈਂਟ ਹੈ। ਤੁਹਾਨੂੰ ਕੁਝ ਕੰਡੀਸ਼ਨ ਦਿੱਤੀ ਹੋਊਗੀ। ਠੀਕ ਹੈ, ਦੱਸਣਾ ਹੈ ਕਿ ਕਿਹੜਾ ਹੈ। ਜਿਵੇਂ ਦਾ ਬਿਗਰ ਆਫ ਦੀਸ ਨੰਬਰ ਇਜ਼ 6 more than the smaller number, 40% of smaller number is equal to 30% of bigger number, the ratio between half the bigger number and 1/3 of the smaller number is this। ਤੇ ਇਹਦੇ ਵਿੱਚ ਆਪਾਂ ਨੇ ਦੱਸਣਾ ਵੀ ਕਿਹੜੀ ਸਟੇਟਮੈਂਟਸ ਇਨਫ ਹੈ ਆਪਣਾ ਕੁਐਸਚਨ ਦਾ ਆਨਸਰ ਦੇਣ ਦੇ ਲਈ। ਠੀਕ ਹੈ, ਇਹ ਕੁਛ ਹੁੰਦਾ ਹੈ ਡਾਟਾ ਐਨਾਲਿਸਿਸ ਦੇ ਵਿੱਚ। ਉਹ ਤੋਂ ਬਾਅਦ ਨੈਕਸਟ ਗੱਲ ਕਰਦੇ ਹਾਂ ਆਪਾਂ ਬਲੱਡ ਰਿਲੇਸ਼ਨ ਦੀ। ਦੇਖੋ ਬਲੱਡ ਰਿਲੇਸ਼ਨ ਦੇ ਵਿੱਚ ਇਹ ਹੈ ਕਿ ਕਿਸੇ ਨੇ ਕਿਸੇ ਨੂੰ ਇੰਟਰੋਡਿਊਸ ਕੀਤਾ, ਜਿਵੇਂ X ਨੇ Y ਨੂੰ ਕੀਤਾ ਕਿ ਇਹ ਮੇਰੀ ਐਂ ਲੱਗਦੀ ਹੈ, ਤਾਂ ਉਹਦਾ ਦੱਸਣਾ ਹੈ ਕਿ ਰਿਲੇਸ਼ਨ ਕੀ ਹੈ। ਠੀਕ ਹੈ, ਇਹਨੂੰ ਟਰੀ ਮੈਥਡ ਨਾਲ ਸੋਲਵ ਕਰੋਗੇ, ਬੈਸਟ ਆਈਡੀਆ ਹੈ ਇਹਨੂੰ ਸੋਲਵ ਕਰਨ ਦਾ। ਇਹ ਸਾਰੇ ਚੈਪਟਰਸ RS 'ਚੋਂ ਮਿਲ ਜਾਣਗੇ। ਮੈਂ ਬਾਰ ਕਹਿ ਰਹੀ ਹਾਂ, ਅੱਛੇ ਤਰੀਕੇ ਨਾਲ ਕਰੋਗੇ ਵਧੀਆ ਰਹੂਗਾ। ਉਹ ਤੋਂ ਬਾਅਦ ਸਿਲੋਜਿਜ਼ਮ ਦੀ ਗੱਲ ਕਰਦੇ ਹਾਂ। ਜਿਵੇਂ ਸਿਲੋਜਿਜ਼ਮ ਦੇ ਵਿੱਚ ਇੱਥੇ 2 ਦਿੱਤੀਆਂ ਹੋਈਆਂ ਸਟੇਟਮੈਂਟ ਅਤੇ ਕੁਝ ਕਨਕਲੂਜਨ ਦਿੱਤਾ ਹੋਇਆ ਹੈ। ਠੀਕ ਹੈ, ਇਹਨੂੰ ਵੈਨ ਡਾਇਗਰਾਮ ਨਾਲ ਕਰੋਗੇ ਉਹ ਬੈਸਟ ਹੈ। 50-100 ਵਾਲਾ ਇੱਕ ਮੈਥਡ ਚੱਲਦਾ ਹੈ, ਉਹਦੇ ਨਾਲ ਕੁਐਸਚਨਸ ਗਲਤ ਹੋ ਜਾਂਦੇ ਆ, ਮੈਂ ਸੱਚੀ ਕਹਿ ਰਹੀ ਹਾਂ। ਤਾਂ ਜਿਹੜਾ ਆਪਣਾ ਵੈਨ ਡਾਇਗਰਾਮ ਵਾਲਾ ਮੈਥਡ ਆ ਉਹ ਬੈਸਟ ਹੈ, ਉਹਨੂੰ ਸਿੱਖਣ ਦੀ ਕੋਸ਼ਿਸ਼ ਕਰੋ ਅਤੇ ਉਹਦੇ ਬੇਸਿਸ 'ਤੇ ਕਰੋ।
ठीक है। उस तो बाद जिवें हुण इत्थे 3 स्टेटमेंट वाला आ गया, उवें दे क्वेश्चन तुसीं इस चों करने 2 स्टेटमेंट 3 स्टेटमेंट, ठीक है। नैक्सट देखते हैं, नैक्सट अपना आ गया असर्शन रीजनिंग का। ये बेसिकली ए मैंने तां दित्ता, ਇਹਦਾ मतलब है आंसर ਇਹਦਾ ए है, ठीक है। और देखो असर्शन रीजनिंग ਦੇ ਵਿੱਚ बेसिकली ਕੀ ਹੁੰਦਾ ਹੈ ਕਿ ਆਪਣੇ ਕੋਲ ਕੁਝ ਸਟੇਟਮੈਂਟ ਦਿੱਤੀ ਹੋਈ ਹੈ ਤੇ ਆਪਾਂ ਨੇ ਦੱਸਣਾ ਹੈ ਕਿ ਕੀ ਉਹ ਸਟੇਟਮੈਂਟ, ਇੱਕ ਤਾਂ ਇਹ ਵੀ ਪੁੱਛ ਲੈਂਦੇ ਆ ਕਿ ਕੀ ਜਿਹੜੀ ਸਟੇਟਮੈਂਟ ਦਿੱਤੀ ਹੋਈ ਹੈ, ਠੀਕ ਹੈ, ਉਹ ਬੇਸਿਕਲੀ ਆਪਣੀ ਜਨਰਲ ਨੌਲੇਜ ਤੇ ਡਿਪੈਂਡ ਕਰਦੀ ਹੁੰਦੀ ਹੈ ਕਈ ਚੀਜ਼ਾਂ, ਜਿਵੇਂ ਇਹਦੇ ਵਿੱਚ ਵੀ ਜੀਓਗ੍ਰਾਫੀ ਦਾ ਕਨਸੈਪਟ ਹੈ, ठीक है, कि क्या वो सही है। अगर वो सही है कि ਜਿਹੜਾ ਰੀਜ਼ਨਿੰਗ 'ਚ ਆਪਣੇ ਕੋਲ ਦਿੱਤਾ ਹੋਇਆ ਕਿ ਉਹਦਾ ਰੀਜ਼ਨ ਹੈਗਾ ਉਹ ਹੋਣ ਦਾ, ਜਿਵੇਂ ਦੇ ਵਿੱਚ ਕਿਹਾ ਕਿ ਟਾਈਡਸ ਜਿਹੜੀਆਂ ਨੇ ਉਹ ਇੰਡੀਕੇਟ ਕਰਦੇ ਆ ਰੈਗੂਲਰ ਤੇ ਪੀਰੀਓਡਿਕ ਰਾਈਜ਼ ਐਂਡ ਫਾਲ ਇਨ ਸੀ ਲੈਵਲ, ਆਪਾਂ ਨੂੰ ਪਤਾ ਇਹ ਚੀਜ਼ ਠੀਕ ਹੈ ਨਾ। ਟਾਈਡਸ ਆਰ ਕੌਜ਼ਡ ਬਾय द ਗ੍ਰੈਵੀਟੇਸ਼ਨਲ ਪੁੱਲ ਆਫ ਸਨ ਐਂਡ ਮੂਨ, ਇਹ ਵੀ ਠੀਕ ਹੈ। ਤਾਂ ਇਹਦਾ ਵਿੱਚ ਕੀ ਆਨਸਰ ਹੈ ਇਹਦਾ ਕਿ ਬੋਥ ਏ ਤੇ ਆਰ ਟਰੂ ਹੈ ਤੇ ਆਰ ਕਰੈਕਟ ਐਕਸਪਲੇਨੇਸ਼ਨ ਹੈ ਏ ਦੀ, ਠੀਕ ਹੈ। ਮੈਂ ਤੁਹਾਨੂੰ ਸਮਝਾਇਆ ਕਿ ਅਸਰਸ਼ਨ ਰੀਜ਼ਨਿੰਗ 'ਚ ਕੀ ਹੁੰਦਾ ਹੈ। ਉਹ ਤੋਂ ਬਾਅਦ ਨੈਕਸਟ ਕੰਡੀਸ਼ਨਲਸ ਹੈ कि कुछ कंडीशन दी होगी कि इफ़ इट रेन्स एट नाइट दैन द नेक्स्ट मॉर्निंग इज़ ऑलवेज क्लाउडी, द मॉर्निंग टूडे इज़ क्लाउडी दैन, कि अगर मॉर्निंग अज क्लाउडी है मतलब की है कि लास्ट नाइट रेन हुई हो, ठीक है। थोड़ा इनू थोनों क्वेश्चनस की प्रैक्टिस करनी पऊ, गल ये है। उस तो बाद जिमें ट्रू फॉल्स वाले क्वेश्चनस आ जाते हैं, एक बार देख लें कि ये द फॉलोइंग क्वेश्चनस कंसिस्ट ऑफ 4 स्टेटमेंट, ऑफ दीज 4 स्टेटमेंट वी हैव टू चेक for the 2 statements which cannot be true but both can be false. Study the statements carefully, identify the 2 that satisfy the above condition। अपन ने 4 statements दिते हुए हैं, इन्हां विचों ਉਹ ਲੱਭਣੀਆਂ ਨੇ, ठीक है, ਜਿਹੜੀਆਂ ट्रू नहीं हो सकदियां but दोनों false हो सकदियां ने, ठीक है, इस चों ਲੱਭਣਾ। ਉਹ ਤੋਂ ਬਾਅਦ ਇਹ बेसिकली लॉजिक ਦੀਆਂ ਚੀਜ਼ਾਂ ਸੀ, ਇਹ ਤੁਸੀਂ देख ही लिया कि ਕਿਹੜੀਆਂ ਕਿੰਨੀਆਂ ਕਾਈ ਹੋਈਆਂ। मेन ਤਾਂ ਇਹਦੇ ਵਿੱਚ सिलोजिज्म ही है, ठीक है। बाकी जो एक अद्धा क्वेश्चन आ जाता, सिलोजिज्म चो बहुत क्वेश्चन आए हुए हैं बट मैं थोड़ा एक क्वेश्चन की एग्जाम्पल दी है। और तो बाद नैक्सट हुण आपां देखते हैं कोडिंग के उपर। कोडिंग दे विच की है, जिमें हाउ मैनी गोल्स कोड, ऐसे क्वेश्चन बहुत आते हैं, इंपॉर्टेंट है, इन्हूं अच्छी तरीके ना करो कि स्टेटमेंट दिते हुए तो नंबर दिते हुए उहदे ये हैं, या फिर नंबर की जगह इत्थे सिंबल्स भी दिते होंदे हैं कई बार, ऐसे क्वेश्चन की प्रैक्टिस कर लियो, ठीक है, कोडिंग डी कोडिंग दे विच। उस तो बाद एक तो ये है, एक आप होर टाइप के क्वेश्चन कोडिंग डिकोडिंग के अगे देखांगे, ठीक है। ये जस्ट एग्जाम्पल इत्थे दिती हुई है, बाकी होर देखांगे जिमें, चलो मैं दस ही देनी जल्दी जल्दी। एक्चुअली वो क्वेश्चनस मैनूं लगदा पिछे आउणगे बाकी दे। जिमें देखो अपने को देता ए बी सी डी, ठीक है, उन्होंने 1 2 3 4 नाल रिप्रजेंट किया है, तो अपने को दे देंगे कि ई एफ जी एच नूं किन नाल करांगे, ठीक है, एवें जिमें 5 6 7 8 वो हो गया। या फिर अपने को दे देंगे जिमें कि ए बी सी डी सपोज लगा लो 20 के इक्वल है, तो ई एफ जी एच किन्ने के इक्वल हो, वो बेसिकली आप लगावांगे कि इन्होंने प्लस किया होया, माइनस किया है, की किया होया, मल्टीप्लाई किया होया। मेन तो ये प्लस या मल्टीप्लाई किया होंदा, ठीक है, एवें दी चीज़ां आंदियां। उस तो बाद है कि अगर आप कोई वर्ड दिता होया है, अगे एग्जाम्पल्स आउणगियां वैसे, कि कुछ वर्ड दिता होया है, उन्होंने कुछ रोटेट करके लिखा होया, तो दूसरे वर्ड नूं उस ढंग नाल किवें लिखांगे, नंबरिंग करके करदे हुंदे हैं ये वाले क्वेश्चनस। जिवें अपने कोल तुहानूं इहदे विच ना कोडिंग डिकोडिंग करन दे लई एक गल दसदा, ए बी सी डी दी जिहड़ी काउंटिंग है वो याद करनी पऊगी, ठीक है, क्योंकि उहदे बेसिस ते होणगे, रिवर्स भी करनी पऊगी ते जिहड़ी ए नूं जिवें 1 बोलदे हैं, बी नूं 2 बोलदे हैं, एवें एवें याद करनी पऊगी, ठीक है। कोडिंग डिकोडिंग दे क्वेश्चनस करन दा ओही मैथड है, बिकॉज आपां नूं नंबरिंग दी जरूरत पैंदी है। नैक्सट हुण आपां देखते हैं डायरैक्शनस ते। कोडिंग डिकोडिंग दे अगे आउणगे उदों भी मैं दसूँगी, क्वेश्चन थोड़ा मैनूं लगदा टॉपिक इधर उधर हो गया स्लाइड्स दे विच। सो डायरैक्शन दे विच देखो सिंपल भी आ जाते हैं कि जी होम अलका लैफ्ट होम एंड वॉकड 5 किलोमीटर साउथवर्ड्स एंड टर्न राइट, ठीक है। तुसीं ये सारा देखोगे कि राइट साइड नूं क्लॉकवाइज मूवमेंट हुंदी है या जिहड़ी राइट हुंदी है बेसिकली वो क्लॉकवाइज हुंदी है। इस तुसीं ये याद रख सकते हो कि राइट का मतलब भी की है कि क्लॉक है जिहड़ी वो राइट साइड घूम रही है, तो राइट चीज़ है तो क्लॉकवाइज राइट मूवमेंट होगी, तो लैफ्ट मूवमेंट जिहड़ी हुंदी है वो एंटी क्लॉकवाइज हुंदी है, ठीक है। ये चीज़ याद रख लो। ये थोनों कोई पजल बेसिस ते भी आ सकता है, डायरैक्शन के उपर सिंपल भी आ सकता है, जिमें पजल का अगला क्वेश्चन पजल बेसिस ते आया सी, ठीक है। ये कुछ दी हुई है कंडीशन, वो बेसिस ते क्वेश्चन सॉल्व करने सी। उस तो बाद नैक्सट हुण आपां देखते हैं डिक्शनरी बेस्ड क्वेश्चन किहड़े आंदे हैं, जिमें वर्ड्स दिते हुए हैं उन्होंने सही ऑर्डर च लगाओ, ठीक है, किवें किवें डिक्शनरी च हुंदे हैं वो आ गया। उस तो बाद नैक्सट पूछ लिया कि अगर आप इहनूं अल्फाबैटिक ऑर्डर च करांगे तो किहड़ा सैकेंड प्लेस ते आऊगा, ठीक है। नैक्सट अपने कोल है
ਕੰਬੀਨੇਸ਼ਨ ਆਫ ਨੰਬਰਸ ਦਿੱਤਾ ਹੋਇਆ ਹੈ, ਵਰਡਸ ਨੂੰ ਅਰੇਂਜ ਕਰੋ ਕਿ ਕਿਵੇਂ। ਅੱਛਾ, ਆਪਣੇ ਕੋਲ ਆਹ ਕੁਛ ਦਿੱਤਾ ਹੋਇਆ ਹੈ, ਆਪਾਂ ਨੇ ਇਹਦੇ ਵਿੱਚ ਵਰਡ ਬਣਾਉਣਾ ਹੈ ਕਿ ਕਿਹੜਾ ਮੀਨਿੰਗਫੁਲ ਵਰਡ ਬਣੂਗਾ, ਠੀਕ ਹੈ, ਉਹ ਚੀਜ਼ਾਂ ਹੈ। ਨੈਕਸਟ ਜਿਹੜਾ ਹੈ, ਨੈਕਸਟ ਟੌਪਿਕ ਦੇਖਦੇ ਹਾਂ, ਇਹ ਹੈਗਾ ਆਪਣੇ ਪਜ਼ਲਸ ਉੱਪਰ ਕੁਐਸਚਨ। ਦੇਖੋ ਇਹਦੀ ਮੈਂ ਐਗਜ਼ਾਮਪਲ ਇੱਥੇ ਘੱਟ ਲਿੱਤੀਆਂ ਨੇ, ਪਰ ਪਜ਼ਲਸ ਜਿਹੜਾ ਚੈਪਟਰ ਹੈ ਬਹੁਤ ਇੰਪੋਰਟੈਂਟ ਆ, ਉਹ ਬੜਾ ਹੈ, ਬਟ ਉਹ ਕਰਨਾ ਜ਼ਰੂਰ ਹੈ, ਛੱਡਣਾ ਨਹੀਂ ਹੈ। ਜੇ ਤੁਸੀਂ ਉਹਦੀ ਫਸਟ ਐਕਸਰਸਾਈਜ਼ ਦਾ, ਜਿੱਥੇ ਤੁਹਾਨੂੰ ਐਕਸਰਸਾਈਜ਼ ਗਿਵਨ ਹੈ, ਉਹਦਾ ਪੇਜ ਪਲਟ ਕੇ ਦੇਖੋਗੇ ਨਾ, ਆਈ ਥਿੰਕ 11 ਤੋਂ ਲੈ ਕੇ 17 ਤੱਕ ਇਕੱਠੇ ਉਹਨਾਂ ਨੇ ਐਜ਼ ਇਟ ਇਜ਼ ਕੁਐਸਚਨ ਕੋਆਪਰੇਟਿਵ ਦੇ ਪੇਪਰ 'ਚ ਪਾਏ ਹੋਏ ਆ, ਠੀਕ ਹੈ। ਤਾਂ ਤੁਸੀਂ ਦੇਖ ਸਕਦੇ ਹੋ ਵੀ ਕਿੰਨੀ ਇੰਪੋਰਟੈਂਸ ਹੈ। ਪਜ਼ਲ ਚੈਪਟਰ ਨੂੰ ਨਹੀਂ ਛੱਡਣਾ, ਹਲੇ ਵੀ ਬਹੁਤ ਦਿਨ ਨੇ, ਇਹਨੂੰ ਕਰ ਲਓ ਅੱਛੇ ਤਰੀਕੇ ਦੇ ਨਾਲ, ਠੀਕ ਹੈ। ਪੇਪਰ ਸੋਲਵ ਕਰ ਲਿਓ, ਪਤਾ ਲੱਗ ਜੂ ਕੈਸੇ ਕੁਐਸਚਨਸ ਆਏ ਹੋਏ ਨੇ, ਕਰ ਲਿਓ, ਠੀਕ ਹੈ। ਜਿਵੇਂ ਇਹਦੇ ਵਿੱਚ ਆ ਜਾਊਗਾ ਸਿਟਿੰਗ ਅਰੇਂਜਮੈਂਟ ਆ ਗਿਆ, ਜਾਂ ਇਹਦੇ ਵਿੱਚ ਕੁਝ ਦਿੱਤਾ ਕਿ ਉਹ ਟੋਲਰ ਹੈ, ਉਹ ਛੋਟਾ ਹੈ, ਤਾਂ ਦੱਸੋ ਟੋਲੈਸਟ ਕੌਣ ਹੈ, ਰਿਲੇਸ਼ਨ ਆ ਗਿਆ, ਠੀਕ ਹੈ। ਕਿਸੇ ਦਾ ਕੁਛ ਰਿਲੇਸ਼ਨ ਦੇ ਦੇਣਗੇ, ਬਿਲਡਿੰਗ ਵਾਲਾ ਆ ਜਾਂਦਾ ਹੈ, ਮਤਲਬ ਅਲੱਗ ਅਲੱਗ 5-6 ਟਾਈਪਸ ਹੈ, ਉਹ ਦੇਖ ਲਿਓ, ਠੀਕ ਹੈ। ਉਹ ਤੋਂ ਬਾਅਦ ਨੈਕਸਟ ਹੁਣ ਆਪਣੇ ਕੋਲ ਮੇਨ ਚੈਪਟਰ ਆ ਗਿਆ ਅਰਥਮੈਟਿਕ ਰੀਜ਼ਨਿੰਗ। ਇਹ ਵਾਲਾ ਕੁਐਸਚਨ ਤੁਸੀਂ ਦੇਖ ਕੇ ਦੇਖਿਓ, ਅਰਥਮੈਟਿਕ ਰੀਜ਼ਨਿੰਗ ਦਾ ਚੈਪਟਰ ਖੋਲ੍ਹ ਕੇ, RS ਅਗਰਵਾਲ ਦਾ ਜਿਹੜੀ ਉਹ ਬੁੱਕ ਹੈ ਰੀਜ਼ਨਿੰਗ ਵਾਲੀ, ਉਹਦੇ ਵਿੱਚ ਐਜ਼ ਇਟ ਇਜ਼ ਮਿਲੂਗਾ ਇਹ ਕੁਐਸਚਨ, ਠੀਕ ਹੈ। ਇਹ ਵਾਲਾ ਕੁਐਸਚਨ ਵੀ ਅਤੇ ਨੈਕਸਟ ਆਹ ਵਾਲਾ ਕੁਐਸਚਨ ਵੀ। ਇਹ ਵਾਲਾ ਕੁਐਸਚਨ ਸੋਲਵ ਕਰਨ 'ਚ ਥੋੜ੍ਹਾ ਟਫ ਹੈ, ਪਰ ਅਗਰ ਜਿਹਨੂੰ ਯਾਦ ਹੈ, ਕਈ ਬੱਚੇ ਨੇ ਤਾਂ ਕਿਹਾ ਸੀ ਕਿ ਅਸੀਂ ਯਾਦ ਹੀ ਕਰਕੇ ਗਏ ਸੀ, ਉਹਨਾਂ ਦਾ ਸਹੀ ਹੋ ਗਿਆ, ਠੀਕ ਹੈ। ਸੋ ਤੁਸੀਂ ਇੱਥੋਂ ਇੰਪੋਰਟੈਂਸ ਦੇਖ ਸਕਦੇ ਹੋ ਪਜ਼ਲਸ ਦੀ, ਅਰਥਮੈਟਿਕ ਰੀਜ਼ਨਿੰਗ ਦੀ। ਅਰਥਮੈਟਿਕ ਰੀਜ਼ਨਿੰਗ ਦੇ ਕੁਐਸਚਨਸ ਆ, ਹੋਰ ਵੀ ਕਾਫੀ ਆਏ ਹੋਏ ਸੀ, ਪਰ ਮੈਂ 1-2 ਹੀ ਲਿੱਤੇ ਬਿਕੋਜ਼ ਟਾਈਮ ਬਹੁਤ ਲੱਗ ਜੂ ਨਹੀਂ ਤਾਂ। ਉਹ ਤੋਂ ਬਾਅਦ ਨੈਕਸਟ ਹੁਣ ਆਪਾਂ ਦੇਖਦੇ ਹਾਂ ਰੈਂਕਿੰਗ ਦੇ ਉੱਪਰ। ਇਹ ਵਾਲੇ ਕੁਐਸਚਨ ਬੇਸਿਕਲੀ ਰੈਂਕਿੰਗ ਦੇ ਉੱਪਰ ਨੇ, ਠੀਕ ਹੈ। ਰੈਂਕਿੰਗ ਦੇ ਵਿੱਚ ਕੀ ਹੁੰਦਾ ਕਿ ਇੱਕ ਤਾਂ ਹੁੰਦਾ ਹੈ ਪੋਜੀਸ਼ਨ ਐਕਸਚੇਂਜ ਕਰ ਲਈ, ਜਾਂ ਫਿਰ ਕੁਛ ਰਿਲੇਸ਼ਨ ਦਿੱਤਾ ਹੁੰਦਾ, ਉਹਦੇ ਬੇਸਿਸ 'ਤੇ ਆਪਾਂ ਨੇ ਰੈਂਕਿੰਗ ਦੇ ਵਿੱਚ ਆਪਣੇ ਕੋਲ ਲੈਫਟ ਅਤੇ ਰਾਈਟ ਦੇ ਵਿੱਚ ਪੋਜੀਸ਼ਨ ਪਤਾ ਹੋਊਗੀ ਕਿਸੇ ਦੀ, ਠੀਕ ਹੈ, ਅਤੇ ਆਪਾਂ ਨੇ ਉਹਦੀ ਪੋਜੀਸ਼ਨ ਕੱਢਣੀ, ਜਾਂ ਫਿਰ ਪੋਜੀਸ਼ਨ ਐਕਸਚੇਂਜ ਵਾਲੇ ਕੁਐਸਚਨਸ ਆਉਂਦੇ ਆ, ਐਵੇਂ ਦੇ ਆਉਂਦੇ ਆ ਰੈਂਕਿੰਗ ਦੇ ਵਿੱਚ, ਠੀਕ ਹੈ। ਉਹ ਤੋਂ ਬਾਅਦ ਨੈਕਸਟ ਆਪਾਂ ਦੇਖਦੇ ਹਾਂ ਵੈਨ ਡਾਇਗਰਾਮ ਦੇ ਉੱਪਰ ਬੇਸਡ। ਦੇਖੋ ਵੈਨ ਡਾਇਗਰਾਮ ਦੇ ਵਿੱਚ ਇੱਕ ਤਾਂ ਇਹ ਕੁਐਸਚਨ ਆਉਂਦਾ, ਜਿਵੇਂ ਆ ਟ੍ਰਾਇੰਗਲ ਬਣਿਆ ਹੋਇਆ ਹੈ, ਸਕੁਐਰ ਬਣਿਆ ਹੋਇਆ ਹੈ, ਠੀਕ ਹੈ, ਇਹਦਾ ਕੁਛ ਰਿਲੇਸ਼ਨ ਸਰਕਲ 'ਚ ਹੈ, ਤਾਂ ਆਪਾਂ ਕੁਛ ਰਿਲੇਸ਼ਨ ਦਿੱਤਾ ਹੁੰਦਾ ਉਹ ਕੱਢਣੇ, ਐਵੇਂ ਦੇ ਕੁਐਸਚਨ ਆਉਂਦੇ ਆ। ਜਾਂ ਫਿਰ ਜਿਹੜਾ ਆਹ ਵਾਲਾ ਕੁਐਸਚਨ ਹੈ, ਇਹ ਬੇਸਿਕਲੀ ਥੋੜ੍ਹਾ ਇਹਦੇ ਵਿੱਚ ਪਰਸੈਂਟੇਜ ਦਾ ਕੰਸੈਪਟ ਵੀ ਯੂਜ਼ ਹੋਇਆ, ਬਟ ਇਹ ਸੈਟਸ ਵਾਲਾ ਵੀ ਹੈ ਕਿ ਇੰਨੇ ਨਿਊਜ਼ ਇੰਨਾ ਦੇਖਦੇ ਹਾਂ, ਆਪਾਂ ਕਰਦੇ ਹੁੰਦੇ ਸੀ ਨਾ 10th ਤੱਕ, ਕਿ ਇੰਨੇ ਲੋਕ ਹੈ ਜਿਹੜੇ ਉਹ ਟੈਲੀਵਿਜ਼ਨ ਦੇਖਦੇ ਆ, ਇੰਨੇ ਨਿਊਜ਼ਪੇਪਰ ਰੀਡ ਕਰਦੇ ਆ, ਇੰਨੇ ਨਿਊਜ਼ਪੇਪਰ ਅਤੇ ਟੈਲੀਵਿਜ਼ਨ ਦੋਨੋਂ ਦੇਖਦੇ ਆ, ਤਾਂ ਕਿਹੜੇ ਨਹੀਂ ਦੇਖਦੇ, ਉਹ ਕਰਕੇ ਕਿ ਅਗਰ ਆਪਾਂ ਨੇ ਨਹੀਂ ਵਾਲਾ ਕੱਢਣਾ ਹੈ ਨਾ, ਕਿ ਇਹ ਯੂਨੀਅਨ ਵਾਲਾ ਕੁਛ ਕਰਦੇ ਹੁੰਦੇ ਸੀ ਨਾ ਸੈਟਸ ਦੇ ਵਿੱਚ, A+B, A ਹੋ ਗਿਆ, B ਹੋ ਗਿਆ, ਇਸ 'ਚ ਆਪਾਂ ਮਾਈਨਸ ਕਰ ਦਾਂਗੇ ਕਿ ਜਿਹੜਾ ਦੋਨਾਂ 'ਚ ਕਾਮਨ ਆ ਰਿਹਾ, ਤਾਂ ਆਪਣੇ ਕੋਲ ਇਹਦਾ ਇਕੱਠਾ ਨਿਕਲ ਜੂਗਾ, ਐਵੇਂ ਕੁਛ ਕੰਸੈਪਟ ਸੀ, ਉਹ ਦੇਖ ਲਿਓ। ਉਹ ਤੋਂ ਬਾਅਦ ਨੈਕਸਟ ਹੈ, ਇਹ ਵੀ ਸੈਟਸ ਦੇ ਬੇਸਿਸ 'ਤੇ ਹੈ, ਠੀਕ ਹੈ। ਉਹ ਤੋਂ ਬਾਅਦ ਦੇਖਦੇ ਹਾਂ ਨੈਕਸਟ ਜਿਹੜਾ ਟੌਪਿਕ ਹੈ, ਉਹ ਹੈਗਾ ਆਪਣਾ ਲੌਜੀਕਲ ਆਰਡਰ। ਮੈਂ ਇੱਥੇ ਲਿਖ ਦਿੰਦੀ ਹਾਂ ਲੌਜੀਕਲ ਆਰਡਰ। ਇਹਦੇ ਵਿੱਚ ਦੱਸਣਾ ਕਿ ਆਪਾਂ ਕਿ ਇਹਦੀ ਅਰੇਂਜਮੈਂਟ ਕਿਵੇਂ ਕਰੀਏ ਕਿ ਕੁਛ ਲੌਜਿਕ ਬਣ ਜੇ। ਜਿਵੇਂ ਪਹਿਲਾਂ ਫਿੰਗਰ ਹੁੰਦੀ ਹੈ, ਫਿਰ ਪਾਮ ਆ ਗਿਆ, ਠੀਕ ਹੈ, ਫਿਰ ਰਿਸਟ ਆ ਗਈ, ਰਿਸਟ ਤੋਂ ਬਾਅਦ ਐਲਬੋ, ਦੈਨ ਸ਼ੋਲਡਰ, ਇਹ ਹੋ ਗਿਆ ਆਪਣਾ ਲੌਜਿਕ ਆਰਡਰ ਦਾ। ਉਹ ਤੋਂ ਬਾਅਦ ਨੈਕਸਟ ਹੁਣ ਦੇਖੋ ਡੀਕੋਡਿੰਗ, ਕੋਡਿੰਗ ਅਤੇ ਡੀਕੋਡਿੰਗ। ਉਦੋਂ ਮੈਂ ਕਿਹਾ ਸੀ ਨਾ ਕੁਛ ਕੁਐਸਚਨ ਇੱਧਰ ਉੱਧਰ ਹੋ ਗਏ, ਉਹੀ ਹੈ ਕਿ ਕਿਹੜਾ ਗਰੁੱਪ ਨੂੰ ਬਿਲੋਂਗ ਨਹੀਂ ਕਰਦੇ, ਇਹਦੇ ਵਿੱਚ ਤੁਹਾਨੂੰ ਰਿਲੇਸ਼ਨ ਲੱਭਣਾ ਪਊਗਾ ਕਿ ਕੀ ਹੈ ਜਿਹੜਾ ਮੈਚ ਨਹੀਂ ਕਰੂਗਾ। ਇਹ ਰਿਲੇਸ਼ਨ ਕਿਵੇਂ ਪਤਾ ਲੱਗੂ, ਜਿਵੇਂ ਮੈਂ ਇਹਦੇ ਵਿੱਚ ਤੁਹਾਨੂੰ ਦੱਸ ਦਿੰਦੀ ਹਾਂ ACEG ਹੈ ਨਾ। ਹੁਣ ਆਪਾਂ ਨੂੰ ਪਤਾ ਇਹ 1 ਹੁੰਦਾ, ਇਹ 3 ਹੁੰਦਾ, ਇਹ 5 ਹੁੰਦਾ, ਇਹ 7 ਹੁੰਦਾ, ਤਾਂ ਇਹਦੇ ਵਿੱਚ ਰਿਲੇਸ਼ਨ ਦੇਖੋ ਕੀ ਹੈ, 2+ ਹੋ ਰਿਹਾ ਨਾ, ਤਾਂ ਇਹ ਪਤਾ ਕਿਵੇਂ ਲੱਗੂਗਾ ਅਗਰ ਤੁਹਾਨੂੰ ਨੰਬਰਿੰਗ ਆਊਗੀ, ਠੀਕ ਹੈ। ਇਹ ਇੰਪੋਰਟੈਂਸ ਹੈ ਨੰਬਰਿੰਗ ਦਾ। ਉਹ ਤੋਂ ਬਾਅਦ ਨੈਕਸਟ ਕੁਐਸਚਨ ਦੇਖੋ, ਵਾਚ ਨੂੰ ਆਪਾਂ ਨੇ ਐਵੇਂ ਲਿਖਤਾ, ਤਾਂ ਕਲੋਕ ਨੂੰ ਕਿਸ ਤਰੀਕੇ ਨਾਲ ਲਿਖ ਸਕਦੇ ਹਾਂ, ਜਿਵੇਂ W ਦਾ ਉਰੇ W ਰਿਹਾ, A ਦਾ +1 ਕਰਕੇ B ਹੋ ਗਿਆ, ਠੀਕ ਹੈ, T ਦਾ -1 ਕਰਕੇ S ਹੋ ਗਿਆ, ਤਾਂ ਉਹੀ ਚੀਜ਼ ਆਪਾਂ ਇੱਥੇ ਅਪਲਾਈ ਕਰਾਂਗੇ, ਠੀਕ ਹੈ। ਐਵੇਂ ਹੈ, ਜਿਵੇਂ ਚਲੋ ਮੈਂ ਦੱਸ ਦਿੰਦੀ ਹਾਂ, ਹੋ ਸਕਦਾ ਕਈ ਬੱਚਿਆਂ ਨੂੰ ਨਾ ਪਤਾ ਹੋਵੇ। ਜਿਵੇਂ ਵਾਚ ਦਾ WBSCI ਕਰਤਾ ਨਾ ਇਹਨਾਂ ਨੇ, ਤਾਂ A ਦੇ ਵਿੱਚ +1 ਕੀਤਾ, B ਆ ਗਿਆ, T ਦੇ ਵਿੱਚ -1 ਕੀਤਾ, S ਆ ਗਿਆ, C ਦਾ C ਰੱਖਿਆ, H ਦਾ ਇਹਨਾਂ ਨੇ I ਕਰਤਾ, HI, ਮਤਲਬ H ਦੇ ਵਿੱਚ ਵੀ +1 ਕਰਤਾ। ਤਾਂ ਇਹਦੇ ਵਿੱਚ ਆਪਾਂ ਕੀ ਕਰਾਂਗੇ, ਉਰੇ ਲਗਾਵਾਂਗੇ +1, ਉਰੇ ਲਗਾਵਾਂਗੇ -1 ਅਤੇ ਉਰੇ ਲਗਾਵਾਂਗੇ +1, ਠੀਕ ਹੈ। ਤਾਂ CLM ਹੁੰਦਾ, O ਦੇ ਵਿੱਚ ਮਾਈਨਸ ਕਰਾਂਗੇ NO, ਠੀਕ ਹੈ, ਤਾਂ C ਦਾ C ਆਊਗਾ, K ਦੇ ਵਿੱਚ L, K ਤੋਂ ਬਾਅਦ L ਆਉਂਦਾ ਨਾ, IJKL,
ठीक है, तो आंसर आया सी एवें करके। उस तो बाद नैक्सट है जिमें कैट ते बोर्ड नूं एवें लिखिया तो आप दसांगे एग नूं किवें लिखांगे, वही सब कोडिंग डिकोडिंग चैप्टर करोगे सारा कुछ मिल जूगा तुहानूं उहदे विच। ठीक है, काफ़ी क्वेश्चनस आए हुए हैं जिवें आपां इहनूं नंबरिंग फॉर्म च एवें लिखिया तो मोनीटर नूं किस तरीके नाल लिखांगे, तो तुहानूं ये चैप्टर की थोड़ी प्रैक्टिस करनी पऊ, ये भी बहुत इंपॉर्टेंट चैप्टर है। उस तो बाद क्या है कि अगर फस्ट ते सैकेंड लैटर्स है डिप्रैशन दोनों रिवर्स करता फिर अगले अगले ए रिवर्स करी गए तो किहड़ा फिर जिहड़ा न्यू लैटर बनूगा ਉਹਦੇ ਵਿੱਚ ਉਹਨਾਂ ਨੇ ਪੁੱਛਿਆ 7th ਲੈਟਰ ਰਾਈਟ ਤੋਂ ਕਿਹੜਾ ਹੋਊਗਾ। ਠੀਕ ਹੈ, ਦੇਖ ਰਹੇ ਹੋ ਨਾ ਟਾਈਪਸ ਅਲੱਗ-ਅਲੱਗ ਆਈਆਂ ਹੋਈਆਂ। ਉਹ ਤੋਂ ਬਾਅਦ ਡਿਸਟਰਬੈਂਸ ਦਿੱਤਾ ਹੋਇਆ ਵਰਡ, ਉਹਨੂੰ ਇੰਟਰਚੇਂਜ ਕੀਤਾ ਕੁਛ ਉਹਦੇ ਵਿੱਚ, ਤਾਂ ਆਪਾਂ ਦੱਸਾਂਗੇ ਕਿ 10 ਵਿਦ ਦ 10th ਲੈਟਰ ਐਂਡ ਸੋ ਔਨ ਵਿਚ ਲੈਟਰ ਵੁੱਡ ਕਮ ਆਫਟਰ ਟੀ, ਟੀ ਤੋਂ ਬਾਅਦ ਕਿਹੜਾ ਲੈਟਰ ਆਊਗਾ। ਫਸਟ ਲੈਟਰ ਨੂੰ ਆਪਾਂ ਨੇ ਲਾਸਟ ਨਾਲ ਇੰਟਰਚੇਂਜ ਕੀਤਾ, ਠੀਕ ਹੈ, ਸੈਕਿੰਡ ਨੂੰ 10th ਨਾਲ ਐਵੇਂ ਇੰਟਰਚੇਂਜ ਕੀਤਾ। ਉਹ ਤੋਂ ਬਾਅਦ ਹਾਊ ਮੈਨੀ ਐਲਸ ਆਰ ਦੇਅਰ which do not have R preceding them and also do not have T following them। देखो अलग अलग टाइप के बहुत क्वेश्चन आए हैं कोडिंग डिकोडिंग दे विच। ठीक है, तुसीं सारे करने ने। उस तो बाद देखो आ सीरीज़ के उपर आ गया कि तो बाद हुण की आऊगा। ठीक है, उस तो बाद नैक्सट अपने को है जिवें हुण इहनूं थोड़ा जिहा अरेंज करता इन्होंने अलग तरीके नाल, तो इहनूं उवें करना है कि किवें लिखांगे। इहदे विच भी नंबरिंग करनी हुंदी है। ठीक है, ग्रुप्स बना लो, नंबरिंग कर लो, उवें हो जाता हुंदा है क्वेश्चन भी। उस तो बाद हुण नैक्सट देखते हैं आपां। नैक्सट आही मैं तुहानूं दस्सिया सी ना कि नंबर भी करके कुछ दिता हुंदा भी नेम नूं एवें लिखिया होया है तो टीम नूं किस तरीके नाल लिखांगे, ये सब देखना पऊगा। ठीक है, तुहानूं प्रैक्टिस नाल आऊगा, एवें नहीं आना है। उस तो बाद नैक्सट हुण आपां करदे हां ऑड ते ईवन पेयर वाले। ऑड दा मतलब की हुंदा है कि जिहड़ी चीज़ अलग है वो कड्ढनी है, ईवन पेयर दे विच हुंदा है सिमिलर वाली। ठीक है, ये मतलब हुंदा है। ऑड पेयर के उपर आ क्वेश्चन आए हुए हैं, ईवन दे विच आ देखो सिमिलर कि जिवें ग्राफ्टिंग बडिंग लेयरिंग ते होर किहड़ी चीज़ है जिहड़ी इहदे सिमिलर आऊगी, वीडिंग। वैसे ये घट ही आंदा चैप्टर, कोडिंग डिकोडिंग बहुत इंपॉर्टेंट सी। ठीक है, ऑड ईवन जिहड़ा ऑड वाली चीज़ है वो इंपॉर्टेंट है, वो पूछ लैंदे हैं। उस तो बाद नैक्सट हुण आपां देखदे हां मैथमैटिकल ऑपरेशनस दे विच किहड़ी चीज़ां आई होईयां। बेसिकली इहदे विच कुछ दिता होया है, अपने कोल कुछ दिता होगा कि प्लस का मतलब ये है, माइनस का मतलब ये है, तो आप दसांगे कि किहड़ी चीज़ आ जिहड़ी इक्वेशन आ फॉलो कर रही है। ठीक है, एवें दी चीज़ां आउंदियां इहदे विच। उस तो बाद नैक्सट हुण आपां देखदे हां इहदे विच जिहड़े रह गए, हाँ एक ये टाइप है कॉल्ड ते मीनस वाली कह लो इनू। ठीक है, ये बहुत इंपॉर्टेंट है, ये एक अद्धा पेपर च आंदा ही आंदा इहदे उपर क्वेश्चन कि जिवें फुटबॉल नूं क्रिकेट कहा, क्रिकेट नूं बास्केटबॉल कहा, बास्केटबॉल नूं बैडमिंटन कहा, बैडमिंटन नूं वॉलीबॉल कहा, वॉलीबॉल नूं हॉकी कहा, तो किहड़ी जिहड़ी चीज़ है जिहड़ी प्ले नहीं करोगे बॉल दे नाल। ठीक है, ये बहुत इंपॉर्टेंट कंसैप्ट है, इहदे उपर प्रैक्टिस करनी तुहाने कॉल्ड ते मीनस वाले। ठीक है, इनू अच्छी तरीके नाल कर लिओ। उस तो बाद नैक्सट जिहड़े टॉपिक रह गए अपने कोल वो आ गए क्लासीफिकेशन। क्लासीफिकेशन दे विच की हुंदा ऑड वन आउट कढना है। ठीक है, उस तो बाद नैक्सट अपने कोल है एनालॉगी। जिहड़ा क्लासीफिकेशन हुंदा उत्थे एक एवें बिंदु होऊगा, उस तो बाद जिहड़े एनालॉगी उत्थे ऐ डबल करके दिते होणगे। ठीक है, ये एनालॉगी दे आ गए कि जिवें ट्रेन डीजल तो रॉकेट प्रोपेलेंट। जिवें आ देखो मलेरिया की एक डिजीज़ है तो स्पीयर की एक तरह का वैपन है। ठीक है, अपने कैटेगरीज डिफाइन करनी आउंदी है, क्लासीफिकेशन च आपां ऑड चीज़ नूं कढ दिंदे हैं, ये मतलब हुंदा है। हुण जिवें जिहड़ी प्लांट की स्टडी है उहनूं बॉटनी बोलते हैं, तो किहदी स्टडी नूं आपां एंटीमोलॉजी बोलांगे, इंसैक्ट्स की। ठीक है, एवें हुंदा है। उस तो बाद नैक्सट रह गया डाटा इंटरप्रिटेशन। डाटा इंटरप्रिटेशन मैं तुहानूं दस्सिया सीगा। डाटा इंटरप्रिटेशन दे विच देखो अपने कोल कुछ जिहड़े क्वेश्चनस है बार वाले भी आए हुए ने, ग्राफ वाले बोल सकते हो उहनूं तुसीं। उस तो बाद नैक्सट आह अपने कोल पाई वाले क्वेश्चन आए हुए हैं, पाई चार्ट बोलते हैं इहनूं। ठीक है, तो तुसीं ये सारे कर लिओ। एक आ होया सीगा बार डायग्राम, ग्राफ वाले, बार वाले ते पाई वाले, तुहानूं तीनों ही करने पैणगे। ठीक है, इहदियां टाइप्स थोड़े थोड़े क्वेश्चन सॉल्व कर लो, पहला तो प्रीवियस ईयर दे ही सॉल्व करो क्योंकि इन्हां दा कुछ नहीं पता है किहड़े लैवल तक पा देण पेपर, तो आपां नूं रैडी तो रहना ही पऊगा। ठीक है, मैं तुहानूं मेन चैप्टर्स दसते हो सारे कर लो तो वधिया रहोगे। ਉਹਦੇ ਵਿੱਚੋਂ ना कुछ ਛੱਡਿਓ ਜਿਹੜੇ ਚੈਪਟਰਸ ਦੱਸੇ ਨੇ। बाकी ਜਿਹੜੇ ਰੈੱਡ ਨਾਲ ਮਾਰਕ ਕੀਤੇ ਹੋਏ ਨੇ ਤਾਂ ਪੱਕਾ ਕਰਨੇ ਹੀ ਕਰਨੇ ਆ। ਬਲੂ ਵਾਲੇ ਤੁਸੀਂ ਥੋੜ੍ਹੇ ਬਹੁਤ अगर नहीं टाइम मिलता तो वो
ਉਹਨੂੰ ਥੋੜਾ ਲਾਈਟਲੀ ਵੀ ਲੈ ਸਕਦੇ ਹੋ, ਬਟ ਰੈੱਡ ਵਾਲੇ ਤਾਂ ਕਰਨੇ ਹੀ ਕਰਨੇ। ਉਹਦੀ ਐਗਜ਼ਾਮਪਲਸ ਕਰ ਲਓ ਬਲੂ ਵਾਲੇ ਦੀਆਂ, ਤਾਂ ਕਿ ਕੁਝ ਸਮਝ ਆ ਜਾਏ, ਪੇਪਰ 'ਚ ਕਰਨ ਜੋਗੇ ਹੋ ਜਾਓ ਕੁਝ। ਠੀਕ ਹੈ, ਸੋ ਅਗਰ ਕੋਈ ਵੀ ਡਾਊਟ ਹੋਊਗਾ ਕਮੈਂਟ ਸੈਕਸ਼ਨ 'ਚ ਦੱਸਿਓ। ਅੱਜ ਦੀ ਵੀਡੀਓ 'ਚ ਇੰਨਾ ਹੀ। ਹੁਣ ਆਪਣੀ ਟੌਪਿਕ ਵਾਈਜ਼ ਐਨਾਲਿਸਿਸ ਦੀ ਜਿਹੜੀ ਸੀਰੀਜ਼ ਹੈ ਉਹ ਖਤਮ ਹੋ ਚੁੱਕੀ ਹੈ। ਠੀਕ ਹੈ, ਹੁਣ ਇਹ ਤੋਂ ਬਾਅਦ ਪ੍ਰੀਵੀਅਸ ਈਅਰ ਕੁਐਸਚਨਸ ਦੀ ਸੀਰੀਜ਼ ਆਊਗੀ ਅਤੇ ਕਰੰਟ ਦੀ ਸੀਰੀਜ਼ ਆਊਗੀ। ਠੀਕ ਹੈ, ਸੋ ਅੱਜ ਦੀ ਵੀਡੀਓ ਨੂੰ ਇੱਥੇ ਹੀ ਖਤਮ ਕਰਦੇ ਹਾਂ। ਚੈਨਲ ਨੂੰ ਸਬਸਕ੍ਰਾਈਬ ਕਰੋ, ਵੀਡੀਓਜ਼ ਨੂੰ ਲਾਈਕ ਕਰੋ, ਬੈਲ ਆਈਕਨ ਨੂੰ ਟੈਪ ਕਰੋ ਅਤੇ ਵੀਡੀਓਜ਼ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ। ਥੈਂਕ ਯੂ ਸੋ ਮਚ।